ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅੱਜ 37ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਬਰਾਗਣ ਮਹੱਲਾ ਤੀਜਾ। ਪਈੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ। ਸੋਭਾਵੰਤੀ ਨਾਰ ਹੈ ਗੁਰਮੁਖ ਗੁਣ ਗਾਇਆ। ਪੇਵਗੜੇ ਗੁਣ ਸੰਭਲੇ ਸਹੁਰੇ ਵਾਸ ਪਿਆ। ਗੁਰਮੁਖ ਸਹਿਜ ਸਮਾਣੀਆਂ ਹਰ ਹਰ ਮਨ ਪਾਇਆ। ਸਸਰੇ ਪਈਏ ਪਿਰ ਵਸੇ ਕਹਿ ਕਿਤ ਬਿਦ ਪਾਈਏ। ਆਪ ਨਿਰੰਜਨ ਅਲਖ ਹੈ ਆਪੇ ਮੈਂ ਲਾਈਏ ਰਹਾਓ। ਆਪੇ ਹੀ ਪ੍ਰਭ ਦੇ ਮਤ ਹਰ ਨਾਮ ਧਿਆਈਏ। ਵਡਭਾਗੀ ਸਤਿਗੁਰ ਮਿਲੇ ਮੁਖ ਅੰਮ੍ਰਿਤ ਪਾਈਏ। ਹਉਮੈ ਦੁਬਦਾ ਬਿੰਸ ਜਾਏ ਸਹਿਜੇ ਸੁਖ ਸਮਾਈਏ। ਸਭ ਆਪੇ ਆਪ ਵਰਤਦਾ ਆਪੇ ਨਾ ਲਾਈਏ। ਮਨਮੁਖ ਗਰਭ ਨ ਪਾਇਓ ਅਗਿਆਨ ਇਆਣੇ। ਸਤਿਗੁਰ ਸੇਵਾ ਨਾ ਕਰੇ ਫਿਰ ਪਛੋਤਾਣੇ। ਗਰਭ ਜੋਨੀ ਵਾਸ ਪਾਈ ਦੇ ਗਰਭੇ ਗਲ ਜਾਣੇ। ਮੇਰੇ ਕਰਤੇ ਮੈਂ ਪਾਵਦਾ ਮਨਮੁਖ ਪਰਮਾਣੇ। ਮੇਰੇ ਹਰ ਪ੍ਰਭ ਲੇਖ ਲਿਖਾਇਆ ਤੁਰ ਮਸਤਕ ਪੂਰਾ। ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ। ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧਵ ਬੀਰਾ। ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ। ਮੇਰਾ ਪਿਤਾ ਮਾਤਾ ਹਰ ਨਾਮ ਹੈ ਹਰ ਬੰਧਵ ਬੀਰਾ। ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਅਸੀਂ ਜੀਵ ਰੂਪ ਇਸਤਰੀਆਂ ਇਸ ਲੋਕ ਵਿੱਚ ਥੋੜ੍ਹਾ ਸਮਾਂ ਹੀ ਰਹਿਣ ਆਏ ਹਾਂ ਜੀ। ਭਾਵ ਸਾਡੀ ਉਮਰ ਕਿੰਨੇ ਸਾਲ ਅਸੀਂ ਜਿਉਣਾ ਹੈ ਉਹ ਮਿੱਥੀ ਹੋਈ ਹੈ ਜੀ। ਕਿਉਂਕਿ ਜੀਵ ਦੇ ਮੱਥੇ ਉੱਤੇ ਪਰਮੇਸ਼ਰ ਨੇ ਇਹ ਲਿਖ ਕੇ ਪਾ ਦਿੱਤਾ ਹੈ ਜੀ ਕਿ ਉਸਨੇ ਕਿੰਨੀ ਉਮਰ ਜਿਉਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਸ ਨੇ ਗੁਰਸ਼ਬਦ ਗੁਰਬਾਣੀ ਦੀ ਸਿੱਖਿਆ ਦੁਆਰਾ ਹਰ ਗੁਣਾਂ ਦਾ ਗਾਇਨ ਕੀਤਾ ਹੈ ਜੀ ਉਹ ਜੀਵ ਰੂਪ ਇਸਤਰੀ ਸ਼ੋਭਾਸ਼ਾਲੀ ਹੈ ਜੀ। ਜੋ ਜੀਵ ਰੂਪ ਇਸਤਰੀ ਇਸ ਲੋਕ ਵਿੱਚ ਹਰ ਸ਼ਬਦ ਗੁਰਬਾਣੀ ਹਰ ਗੁਣਾਂ ਨੂੰ ਯਾਦ ਕਰਦੀ ਹੈ ਜੀ ਉਹ ਹੀ ਪਰਲੋਕ ਵਿੱਚ ਨਿਵਾਸ ਕਰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਜੀਵ ਰੂਪ ਇਸਤਰੀ ਗੁਰਸ਼ਬਦ ਗੁਰਬਾਣੀ ਦੇ ਸਨਮੁਖ ਰਹਿ ਕੇ ਸਹਿਜ ਅਵਸਥਾ ਵਿੱਚ ਸਮਾਉਂਦੀ ਹੈ ਜੀ ਅਤੇ ਉਸ ਨੂੰ ਗੁਰਸ਼ਬਦ ਗੁਰਬਾਣੀ ਹਰਨਾਮ ਵਿੱਚ ਮਨ ਚੰਗਾ ਲੱਗਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਸਤਸੰਗਣੇ ਮੈਨੂੰ ਦੱਸ ਕਿ ਲੋਕ ਅਤੇ ਪਰਲੋਕ ਵਿੱਚ ਜੋ ਪਰਮੇਸ਼ਰ ਰੂਪ ਪਤੀ ਵਸਦਾ ਹੈ ਉਸ ਨੂੰ ਕਿਸ ਢੰਗ ਨਾਲ ਪ੍ਰਾਪਤ ਕਰਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਜਗਿਆਸੂ ਪਰਮੇਸ਼ਰ ਮਾਇਆ ਹਉਮੈ ਮੁਕਤ ਅਤੇ ਅਲੱਖ ਰੂਪ ਵਾਲਾ ਹੈ ਜੀ। ਉਹ ਆਪ ਹੀ ਸਭ ਨੂੰ ਮਿਲਾਉਣ ਵਾਲਾ ਹੈ ਜੀ। ਉਹ ਅਤੇ ਆਪ ਹੀ ਕਿਰਪਾ ਕਰਦਾ ਹੈ ਜੀ। ਪਰ ਸਾਨੂੰ ਆਪਣਾ ਕਰਮ ਕਰਨਾ ਚਾਹੀਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਆਪੇ ਹੀ ਵਾਹਿਗੁਰੂ ਪਰਮੇਸ਼ਰ ਆਪ ਹੀ ਮਨੁੱਖ ਨੂੰ ਮੱਤ ਦਿੰਦਾ ਹੈ ਅਤੇ ਉਸ ਨਾਲ ਹੀ ਗੁਰਸ਼ਬਦ ਗੁਰਬਾਣੀ ਹਰਨਾਮ ਸਿਮਰਿਆ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਵੱਡੇ ਭਾਗਾਂ ਨਾਲ ਹੀ ਉਸ ਗੁਰੂ ਰੂਪ ਸ਼ਬਦ ਸਤਿਗੁਰ ਦਾ ਮਿਲਾਪ ਹੁੰਦਾ ਹੈ ਜੀ ਅਤੇ ਮੁਖ ਵਿੱਚ ਗੁਰਸ਼ਬਦ ਗੁਰਬਾਣੀ ਹਰਨਾਮ ਰੂਪ ਅੰਮ੍ਰਿਤ ਪੈਂਦਾ ਹੈ ਜੀ।
ਫਿਰ ਗੁਰੂ ਜੀ ਕਹਿੰਦੇ ਹਨ ਹਉਮੈ ਅਤੇ ਦੁਬਿਧਾ ਦੀ ਅਵਸਥਾ ਫਿਰ ਖਤਮ ਹੋ ਜਾਂਦੀ ਹੈ ਜੀ, ਅਤੇ ਜਗਿਆਸੂ ਸਹਿਜ ਭਾਵ ਨਾਲ ਆਤਮਿਕ ਸੁੱਖ ਵਿੱਚ ਟਿਕ ਜਾਂਦਾ ਹੈ ਜੀ। ਭਾਵ ਗੁਰਸ਼ਬਦ ਗੁਰਬਾਣੀ ਨਾਮ ਦੀ ਇਤਨੀ ਬਰਕਤ ਹੈ ਜੀ ਕਿ ਉਸ ਵਿੱਚ ਮਿਲ ਕੇ, ਉਸਨੂੰ ਸਿਮਰ ਕੇ, ਉਸਨੂੰ ਅਪਣਾ ਕੇ ਜੀਵ ਨੂੰ ਬਹੁਤ ਸੁੱਖ, ਬਹੁਤ ਆਤਮ ਸੁੱਖ ਮਿਲਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰਮੇਸ਼ਰ ਆਪ ਹੀ ਸਭ ਪਾਸੇ ਵਿਚਰ ਰਿਹਾ ਹੈ ਜੀ, ਅਤੇ ਆਪ ਹੀ ਜਗਿਆਸੂ ਨੂੰ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੋੜਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਨਮੁਖ ਗਿਆਨੀ ਅਤੇ ਨਾ ਸਮਝ ਹੁੰਦੇ ਹਨ, ਅਤੇ ਉਹ ਆਪਣੇ ਹੰਕਾਰ ਕਾਰਨ ਪਰਮੇਸ਼ਰ ਨੂੰ ਪ੍ਰਾਪਤ ਨਹੀਂ ਕਰ ਸਕਦੇ ਜੀ। ਭਾਵ ਉਹ ਹਉਮੈ ਵਿੱਚ, ਵਿਕਾਰਾਂ ਵਿੱਚ ਫਸੇ ਰਹਿੰਦੇ ਹਨ, ਜਿਸ ਤਰ੍ਹਾਂ ਇੱਕ ਅਣਜਾਣ ਬੱਚਾ ਕਿਸੇ ਚੀਜ਼ ਵਿੱਚ ਫਸਿਆ ਹੋਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ ਗੁਰਸ਼ਬਦ ਗੁਰਬਾਣੀ ਨਾਮ ਦੀ ਸੇਵਾ ਉਹ ਨਹੀਂ ਕਰਦੇ, ਅਤੇ ਫਿਰ ਬਾਰ ਬਾਰ ਪਛਤਾਉਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਵੱਖਰੀਆਂ ਵੱਖਰੀਆਂ ਜੂਨਾਂ ਧਾਰਨ ਕਰਕੇ ਬਾਰ ਬਾਰ ਗਰਭ ਵਿੱਚ ਪੈਂਦੇ ਹਨ ਜੀ, ਅਤੇ ਗਰਭ ਧਾਰਨ ਕਰਨ ਦੀ ਪ੍ਰਕਿਰਿਆ ਵਿੱਚ ਹੀ ਮਰ ਖਪ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮੇਰੇ ਕਰਤਾ ਪੁਰਖ ਪਰਮੇਸ਼ਰ ਨੂੰ ਇਸੇ ਤਰ੍ਹਾਂ ਚੰਗਾ ਲੱਗਦਾ ਹੈ ਜੀ, ਅਤੇ ਇਸ ਲਈ ਮਨਮੁਖ ਭਰਮਦੇ ਰਹਿੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮੇਰੇ ਪਰਮੇਸ਼ਰ ਨੇ ਮੇਰੇ ਮਸਤਕ ਉੱਪਰ ਦੁਰਦਰਗਾਹ ਤੋਂ ਪੂਰਾ ਲੇਖ ਲਿਖ ਦਿੱਤਾ ਹੈ ਜੀ। ਇਸ ਕਰਕੇ ਮੈਂ ਗੁਰਸ਼ਬਦ ਗੁਰਬਾਣੀ ਹਰਨਾਮ ਦੀ ਅਰਾਧਨਾ ਕੀਤੀ ਹੈ ਜੀ, ਅਤੇ ਮੈਨੂੰ ਵਿਕਾਰਾਂ ਨੂੰ ਨਸ਼ਟ ਕਰਨ ਦੇ ਸਮਰੱਥ ਸੂਰਮਾ ਗੁਰਸ਼ਬਦ ਗੁਰਬਾਣੀ ਨਾਮ ਰੂਪ ਗੁਰੂ ਮਿਲ ਪਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੁਣ ਗੁਰਸ਼ਬਦ ਗੁਰਬਾਣੀ ਹਰਨਾਮ ਹੀ ਮੇਰਾ ਪਿਤਾ, ਮੇਰਾ ਮਾਤਾ, ਬੰਧੂ ਅਤੇ ਵੀਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਪਰਮੇਸ਼ਰ, ਹੇ ਹਰ, ਤੂੰ ਆਪਣੀ ਬਖਸ਼ਿਸ਼ ਕਰਕੇ ਮੈਨੂੰ ਆਪਣੇ ਨਾਲ ਮਿਲਾ ਲੈ। ਫਿਰ ਗੁਰੂ ਜੀ ਕਹਿੰਦੇ ਹਨ ਤੇਰਾ ਨਿਮਾਣਾ ਮੈਂ ਸੇਵਕ ਤੇਰੇ ਅੱਗੇ ਬੇਨਤੀ ਕਰ ਰਿਹਾ ਹਾਂ ਜੀ। ਭਾਵ ਮੈਨੂੰ ਆਪਣੇ ਆਪ ਨੂੰ ਪਛਾਣ ਦੀ ਸੂਝ ਬਖਸ਼ੋ ਜੀ, ਅਤੇ ਆਪਣੀ ਕਿਰਪਾ ਕਰੋ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ ਕਿ ਸੰਸਾਰ ਵਿੱਚ ਅਸੀਂ ਸਾਰੇ ਮਿੱਥੇ ਸਮੇਂ ਲਈ ਹੀ ਜੀਵਨ ਜਿਉਣ ਆਏ ਹਾਂ ਜੀ। ਉਸ ਤੋਂ ਬਾਅਦ ਪਰਮ ਤੱਤਾ ਵਿੱਚ ਸਮਾ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਕਿ ਇਸ ਸੰਸਾਰ ਵਿੱਚ ਅਸੀਂ ਸਾਰੇ ਆਪਣੀ ਉਮਰ ਲਗਾ ਕੇ ਆਏ ਹਾਂ ਕਿ ਅਸੀਂ ਕਿੰਨੇ ਸਾਲ ਇਸ ਸੰਸਾਰ ਵਿੱਚ ਜਿਉਣਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਨਮੁਖ ਵਿਅਕਤੀ ਦੀ ਪਰਮੇਸ਼ਰ ਦੇ ਦੁਆਰ ਤੱਕ ਪਹੁੰਚ ਨਹੀਂ ਹੁੰਦੀ, ਕਿਉਂਕਿ ਉਹ ਆਪਣੀ ਹਉਮੈ ਕਰਕੇ ਵਿਕਾਰਾਂ ਵਿੱਚ ਫਸ ਜਾਂਦਾ ਹੈ ਅਤੇ ਅਗਿਆਨੀ ਹੋਇਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅਤੇ ਭਰਮਾਂ ਵਿੱਚ ਉਹ ਫਿਰ ਫਸਿਆ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਮਨੁੱਖ ਲਈ ਸੰਸਾਰਿਕ ਪ੍ਰਪੰਚ ਤੋਂ ਖਲਾਸ ਹੋਣ ਲਈ, ਭਾਵ ਹਉਮੈ ਵਿਕਾਰ ਤੇ ਖੁੱਭਣ ਵਾਸਤੇ, ਫਸਣ ਲਈ ਹੀ
ਗੁਰਸ਼ਬਦ ਗੁਰਬਾਣੀ ਨਾਮ ਦੀ ਆਰਾਧਨਾ ਹੀ ਸਰਬ ਸ਼੍ਰੇਸ਼ਟ ਸਾਧਨ ਹੈ ਜੀ। ਸੋ ਇਸ ਸਭ ਸ਼ਬਦ ਦਾ ਸਿਧਾਂਤ ਇਹ ਹੈ ਕਿ ਜਿਨ੍ਹਾਂ ਦੇ ਮਸਤਕ ਉੱਤੇ ਧੁਰੋਂ ਲਿਖਿਆ ਜਾਂਦਾ ਹੈ ਉਹਨਾਂ ਨੂੰ ਗੁਰਸ਼ਬਦ ਗੁਰਬਾਣੀ ਰੂਪ ਸਤਿਗੁਰ ਦੇ ਨਾਲ ਮਿਲਾਪ ਹੁੰਦਾ ਹੈ ਜੀ। ਗੁਰਸ਼ਬਦ ਗੁਰਬਾਣੀ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਜੀ। ਗੁਰਸ਼ਬਦ ਗੁਰਬਾਣੀ ਨਾਮ ਕਮਾਈ ਦਾ ਸਦਕਾ ਗੁਰਮਤ ਦੁਆਰਾ ਉਹਨਾਂ ਦਾ ਲੋਕ ਤੇ ਪਰਲੋਕ ਸਵਰ ਜਾਂਦਾ ਹੈ ਜੀ। ਭਾਵ ਉਹ ਆਪਣੇ ਆਪ ਨੂੰ ਪਛਾਣ ਕੇ ਹਰ ਮੂਲ ਨਾਲ ਜੁੜ ਕੇ ਉਸ ਪਰਮੇਸ਼ਰ ਦੇ ਹੁਕਮ ਨੂੰ ਸਮਝ ਲੈਂਦੇ ਹਨ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।